ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਜੀਵਨ ਸ਼ਰਮਾ। ਦੋਸਤੋ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਪ੍ਰਧਾਨ ਸ਼੍ਰੀ ਭਗਵੰਤ ਮਾਨ ਉਹਨਾਂ ਦੇ ਨਾਲ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮਾਨਸਾ ਦੇ ਦੌਰੇ ਤੇ ਆਈ ਤੇ ਜਿਨ੍ਹਾਂ ਦੇ ਵਿੱਚੋਂ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਹੈ। ਤਾਂ ਕਿਸਾਨਾਂ ਨੇ ਖਿਆਲਾ ਚੌਂਕ ਦੇ ਵਿੱਚ ਆ ਕੇ ਸਵੇਰ ਤੋਂ ਆਪਣੀ ਸਟੇਜ ਲਾ ਕੇ ਜੋ ਪ੍ਰਦਰਸ਼ਨ ਸ਼ੁਰੂ ਕੀਤਾ। ਤਾਂ ਕਿਸਾਨ ਆਗੂਆਂ ਦੀ ਮੰਗ ਸੀ ਕਿ ਅਸੀਂ ਅਰਵਿੰਦ ਕੇਜਰੀਵਾਲ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਹੈ। ਤਾਂ ਆਮ ਆਦਮੀ ਪਾਰਟੀ ਦੇ ਕੁਝ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਮੀਟਿੰਗ ਵੀ ਕਰਵਾਈ ਗਈ। ਉਸ ਮੀਟਿੰਗ ਦੇ ਵਿੱਚ ਜਦੋਂ ਕੇਜਰੀਵਾਲ ਤੋਂ ਕਿਸਾਨਾਂ ਨੇ ਸਵਾਲ ਪੁੱਛੇ ਤਾਂ ਉਹਨਾਂ ਦੇ ਜਵਾਬ ਵੀ ਦਿੱਤੇ ਗਏ। ਪਰ ਜਦੋਂ ਧਾਰਾ 370 ਤਹਿਤ ਕਿਸਾਨਾਂ ਨੇ ਸਵਾਲ ਪੁੱਛੇ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਦਾ ਕਿਸਾਨੀ ਅੰਦੋਲਨ ਨਾਲ ਕੋਈ ਸੰਬੰਧ ਨਹੀਂ। ਤਾਂ ਉਹ ਉੱਠ ਕੇ ਚਲੇ ਗਏ। ਆਓ ਵੱਖ-ਵੱਖ ਆਗੂਆਂ ਤੋਂ ਵਿਚਾਰ ਸੁਣੋ ਕਿ ਮੀਟਿੰਗ ਦੇ ਵਿੱਚ ਕੀ ਗੱਲਾਂ ਬਾਤਾਂ ਹੋਈਆਂ। ਦੇਖੋ, ਸਵਾਲ ਕਿਸਾਨੀ ਦੇ ਨਾਲ ਸੰਬੰਧਿਤ ਅਸੀਂ ਕਰੇ ਸੀਗੇ। ਸਾਡਾ ਤੈਅ ਹੋਇਆ ਸੀਗਾ ਵੀ ਅਸੀਂ ਜੋ ਕਿਸਾਨਾਂ ਦੇ ਮਤਲਬ ਕਿ ਕੇਜਰੀਵਾਲ ਸਾਹਿਬ ਕਹਿ ਰਹੇ ਸੀ ਵੀ ਅਸੀਂ ਕਿਸਾਨਾਂ ਨੂੰ ਮਿਲਣਾ ਆ, ਤਾਂ ਉਹਨਾਂ ਤੇ ਅਸੀਂ ਸਵਾਲ ਇਹੀ ਕੀਤਾ ਸੀ। ਪਹਿਲਾ ਸਵਾਲ ਸਾਡਾ ਇਹੀ ਬਣਦਾ ਸੀ ਵੀ ਜਿਹੜਾ ਮੋਦੀ ਸਰਕਾਰ ਵੱਲੋਂ 3 ਕਾਨੂੰਨ ਬਣਾਏ ਗਏ ਨੇ ਉਹ ਸਟੇਟਾਂ ਦੇ ਅਧਿਕਾਰਾਂ ਨੂੰ ਖਤਮ ਕਰਕੇ, ਕਿਉਂਕਿ ਜਿਣਸਾਂ ਦੇ ਮਤਲਬ ਬਾਰੇ 'ਚ ਫੈਸਲਾ ਦੇਣਾ, ਮੰਡੀਆਂ ਦੇ ਬਾਰੇ 'ਚ ਫੈਸਲਾ ਦੇਣਾ ਇਹ ਸਟੇਟ ਸਰਕਾਰ ਦਾ ਅਧਿਕਾਰ ਹੈ। ਤਾਂ ਉਹਨਾਂ ਨੇ ਇਹਨੂੰ ਖਾਰਜ ਕਰਦੇ ਹੋਏ ਖੁਦ ਇਹ ਮਤਲਬ ਦੇ ਅਧਿਕਾਰਾਂ ਦੀ ਵਰਤੋਂ ਕੀਤੀ ਵੀ ਤੁਸੀਂ ਜਿਹੜਾ ਇਹਦੇ ਬਾਰੇ ਕੀ ਸੋਚਦੇ ਹੋ। ਜਿਹੜੀ 370 ਦੀ ਧਾਰਾ ਜਦੋਂ ਮਤਲਬ ਕਿ ਤੋੜੀ ਗਈ ਹੈ ਉਦੋਂ ਤੁਸੀਂ ਬੀਜੇਪੀ ਦੇ ਹੱਕ 'ਚ ਖੜੇ, ਤਾਂ ਉਹ ਸਟੇਟਾਂ ਦੇ ਅਧਿਕਾਰਾਂ ਨੂੰ ਤੋੜਨ ਦਾ ਪਹਿਲਾ ਮਤਲਬ ਅਜਾਮਾ ਸੀਗਾ। ਤਾਂ ਇਸ ਲਈ ਜਦੋਂ ਉੱਥੇ ਖਤਮ ਹੋਇਆ ਤਾਂ ਉਸੇ ਧਾਰਾ ਦੇ ਮੁਤਾਬਕ ਹੀ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਇਹ ਅਧਿਕਾਰ ਲਏ ਗਏ। ਇਸੇ ਧਾਰਾ ਦੇ ਮੁਤਾਬਕ ਹੀ ਜਿਹੜੀ 15 ਕਿਲੋਮੀਟਰ ਪਹਿਲਾਂ BSF ਨੂੰ ਅਧਿਕਾਰ ਸੀ ਹੁਣ ਉਹ 50 ਕਿਲੋਮੀਟਰ ਦਾ ਕਰ ਦਿੱਤਾ ਗਿਆ। ਤਾਂ ਤੁਸੀਂ ਉਹ 370 ਦੀ ਧਾਰਾ ਤੋੜਨ ਤੇ ਬੀਜੇਪੀ ਦੇ ਹੱਕ 'ਚ ਕਿਉਂ ਖੜੇ? ਤਾਂ ਇਸ ਸਵਾਲ ਦੇ ਉੱਤੇ ਕੇਜਰੀਵਾਲ ਸਾਹਿਬ ਖੜੇ ਹੋ ਗਏ। ਉਹਨਾਂ ਨੇ ਉਸ ਤੋਂ ਬਾਅਦ ਸਾਡਾ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ। ਕਹਿੰਦੇ ਵੀ ਇਹ ਕਿਸਾਨੀ ਦੇ ਨਾਲ ਜੁੜਦਾ ਸਵਾਲ ਨਹੀਂ ਹੈਗਾ, ਇਹ ਰਾਜਾਂ ਦੇ ਵੱਧ ਅਧਿਕਾਰ ਦਾ ਗੱਲ ਹੈ, ਇਹ ਕਿਸਾਨਾਂ ਨਾਲ ਨਹੀਂ ਜੁੜਦਾ। ਜਦ ਕਿ ਸਾਰਾ ਕੁਝ ਇਸੇ ਅਧਿਕਾਰ ਦੇ ਤਹਿਤ ਸਾਡੇ ਪਾਣੀ ਦਾ ਹੱਕ ਹੈ, ਇਸੇ ਅਧਿਕਾਰ ਦੇ ਹੱਕ ਸਾਡੀ ਜ਼ਮੀਨ ਦਾ ਹੱਕ ਹੈ, ਇਸੇ ਅਧਿਕਾਰਾਂ ਤਹਿਤ ਸਾਡੀਆਂ ਫਸਲਾਂ ਜਿਣਸਾਂ ਦਾ ਹੱਕ ਹੈ। ਕਿਉਂਕਿ ਰਾਜਾਂ ਦੇ ਅਧਿਕਾਰ ਹੀ ਲੋਕਾਂ ਦੇ ਅਧਿਕਾਰ ਨੇ, ਉਹੀ ਹੀ ਕਿਸਾਨੀ ਦਾ ਅਧਿਕਾਰ ਹੈ। ਤਾਂ ਇਹ ਤੋਂ ਉਹ ਸਾਫ਼ ਮਤਲਬ ਜਵਾਬ ਦੇ ਕੇ ਖੜੇ ਹੋ ਗਏ। ਉਹਨਾਂ ਨੇ ਕਿਸੇ ਵੀ ਸਵਾਲ ਦਾ ਸਾਡਾ ਕੋਈ ਜਵਾਬ ਨਹੀਂ ਦਿੱਤਾ। ਸਾਨੂੰ ਕੋਈ ਉਹਨਾਂ ਦੇ ਮਤਲਬ ਇਸ ਤੋਂ ਸੰਤੁਸ਼ਟੀ ਨਹੀਂ ਹੋਈ। ਬਸ ਇੱਕੋ ਹੀ ਸਵਾਲ ਕੀਤਾ ਸੀ ਜਾਂ ਖੇਤੀ ਕਾਨੂੰਨਾਂ ਸੰਬੰਧੀ ਵੀ ਕੋਈ ਸਵਾਲ ਕੀਤਾ? ਬਸ ਪਹਿਲਾਂ ਅਸੀਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਵੀ ਜਿਹੜਾ ਉੱਥੇ ਦਿੱਲੀ ਸਾਡੇ ਲੋਕ ਗਏ, ਤੁਸੀਂ ਉਹਨਾਂ ਨਾਲ ਕੋਈ ਮੀਟਿੰਗ ਕੀਤੀ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਉਹ ਗੋਲ ਸਵਾਲ ਜਿਵੇਂ ਹੁੰਦੇ ਨੇ ਲੀਡਰਾਂ ਦੇ ਉਹ ਦਿੱਤੇ ਵੀ ਹਾਂ ਅਸੀਂ ਪ੍ਰਬੰਧ ਕੀਤਾ, ਅਸੀਂ ਫਲਾਨਾ ਕੀਤਾ, ਜਦ ਕਿ ਉੱਥੇ ਪ੍ਰਬੰਧ ਸਾਡੇ ਦੂਸਰੇ ਲੋਕਾਂ ਨੇ ਕਰਦੇ ਨੇ, ਆਮ ਵਿਦੇਸ਼ਾਂ 'ਚੋਂ ਵੀ ਪ੍ਰਬੰਧ ਹੋਇਆ, ਲੋਕਾਂ ਦਾ ਸਹਿਯੋਗ ਹੈ। ਚਲੋ ਉਹਦੇ ਵਿੱਚ ਇਹਨਾਂ ਨੇ ਵੀ ਕੀਤਾ, ਹੋ ਸਕਦਾ ਉਸ ਗੱਲ ਦਾ ਸਾਨੂੰ ਠੀਕ ਸੀ ਵੀ ਜਿੰਨਾ ਕਿ ਇਹਨਾਂ ਨੇ ਸਹਿਯੋਗ ਕੀਤਾ ਇਹ ਕੋਈ ਮੁੱਖ ਸਵਾਲ ਨਹੀਂ ਬਣਦਾ ਸੀ। ਅੰਦੋਲਨ 'ਚ ਪੂਰੀ ਦੁਨੀਆ ਲੱਗੀ ਹੋਈ ਆ, ਉਹ 'ਚ ਕੇਜਰੀਵਾਲ ਵੀ ਲੱਗਿਆ ਹੋ ਸਕਦਾ ਗਾ, ਪਰ ਜਿਹੜਾ ਮੁੱਖ ਸਵਾਲ ਹੈ ਉਹ ਤਾਂ ਸਾਡੇ ਵੱਧ ਅਧਿਕਾਰਾਂ ਦਾ। ਉਹਦੇ ਉੱਤੇ ਤੁਸੀਂ ਕੀ ਬੋਲਣਾ ਚਾਹੁੰਦੇ ਹੋ? ਹੋਰ ਸਾਡੇ ਸਵਾਲ ਸੀ, ਇਹਨਾਂ ਸਵਾਲਾਂ ਦੇ ਨਾਲ ਜੁੜਦੇ ਵੀ ਕਾਰਪੋਰੇਟ ਘਰਾਣੇ ਨੇ ਜਿਹੜੇ ਪ੍ਰਾਈਵੇਟੇਸ਼ਨ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿ ਉਹ ਸਹੀ ਨੇ ਜਾਂ ਗਲਤ ਨੇ? ਕੀ ਤੁਸੀਂ ਸੱਤਾ 'ਚ ਆਉਣ ਤੋਂ ਬਾਅਦ ਪ੍ਰਾਈਵੇਟੇਸ਼ਨ ਦਾ ਖਾਤਮਾ ਕਰੋਗੇ ਤੇ ਸਰਕਾਰੀ ਅਦਾਰਿਆਂ ਨੂੰ ਮਤਲਬ ਪ੍ਰਫੁੱਲਿਤ ਕਰੋਗੇ, ਚਾਹ ਉਹਨਾਂ ਨੂੰ ਬਰਾਬਰ ਉਵੇਂ ਚੱਲਣ ਦਿਓਗੇ? ਇਹ ਸਵਾਲ ਬਾਅਦ ਦੇ ਸਵਾਲ ਸੀ, ਪਰ ਉਹ ਪਹਿਲੇ ਸਵਾਲ 370 ਤੋਂ ਹੀ ਖੜੇ ਹੋ ਗਏ, ਉੱਤੇ ਜਵਾਬ ਦੇਣ ਤੋਂ ਮੁਨਕਰ ਹੋ ਗਏ। ਕਹਿੰਦੇ ਇਹ ਕਿਸਾਨਾਂ ਦਾ ਸਵਾਲ ਹੀ ਨਹੀਂ। ਇਸ ਕਰਕੇ ਉਹਨਾਂ ਨੇ ਕੋਈ ਸਵਾਲ ਦਾ ਜਵਾਬ ਹੈ ਜਿਹੜਾ ਉਹ ਨਹੀਂ ਦਿੱਤਾ। ਜੀ ਦੇਖੋ, ਜਿਹੜਾ ਅਰਵਿੰਦ ਕੇਜਰੀਵਾਲ ਹੈ ਉਹ ਡਬਲ ਮਾਈਂਡਡ ਅੱਜ ਅਸੀਂ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਹਿ ਰਹੇ ਹਾਂ। ਇੱਕ ਪਾਸੇ ਕੇਜਰੀਵਾਲ ਕਹਿ ਰਿਹਾ ਮੈਂ ਦਿੱਲੀ ਦੇ ਬਾਰਡਰਾਂ ਤੇ ਜਿਹੜੇ ਕਿਸਾਨ ਲੜਾਈ ਲੜ ਰਹੇ ਨੇ ਮੈਂ ਉਹਨਾਂ ਦਾ ਸਾਥ ਦੇ ਰਿਹਾ, ਪਰ ਉਹਨਾਂ ਨੂੰ ਪਾਣੀ ਤੱਕ ਉੱਥੇ ਦਿੱਤਾ ਨਹੀਂ ਗਿਆ। 26 ਜਨਵਰੀ ਤੋਂ ਬਾਅਦ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਇਹਨੇ ਮਤਲਬ ਪਾਣੀ ਵਾਲਾ ਲੈਟਰਿੰਗ ਵਾਲੇ ਜਿਹੜੇ ਮਤਲਬ ਪਹਿਲਾਂ ਦਿੱਤੇ ਸੀ ਉਹ ਵਾਪਸ ਲੈ ਲਏ। ਦੂਜੀ ਗੱਲ, ਅਸੀਂ 2.5 ਘੰਟੇ ਬੈਠ ਕੇ ਸਵਾਲ ਪੁੱਛੇ ਵੀ ਤੁਸੀਂ ਵੇਟ ਇਹਨਾਂ ਦੀ ਕੀਤੀ ਵੀ ਸਵਾਲਾਂ ਦਾ ਜਵਾਬ ਸਾਨੂੰ ਦਿਓ। ਕੇਜਰੀਵਾਲ ਸਾਹਿਬ ਪਹਿਲਾਂ ਭੱਜੇ, ਬਾਅਦ ਜਦੋਂ ਅਸੀਂ ਵਿਰੋਧ ਕੀਤਾ ਵੀ ਅਸੀਂ ਸੜਕ ਦੇ ਉੱਤੇ ਬੈਠਾਂਗੇ, ਸਾਡੇ ਸਵਾਲਾਂ ਦਾ ਜਵਾਬ ਦਿਓ, ਸਾਡੇ ਕੋਲੇ ਆ ਕੇ ਬੈਠੇ ਔਰ ਉਹ ਕੇਜਰੀਵਾਲ ਸਾਹਿਬ ਨੇ ਇੱਕ ਵੀ ਸਵਾਲ ਦਾ ਜਵਾਬ ਸਹੀ ਨਹੀਂ ਦਿੱਤਾ। ਪਹਿਲੀ ਗੱਲ, ਅਸੀਂ ਉਹਨਾਂ ਨੂੰ ਕਿਹਾ ਵੀ ਕਾਰਪੋਰੇਟ ਜਿਹੜੇ ਘਰਾਣੇ ਨੇ ਉਹ ਦੇਸ਼ ਨੂੰ ਲੁੱਟ ਰਹੇ ਨੇ, ਤੁਸੀਂ ਮਤਲਬ ਨਿੱਜੀਕਰਨ ਦੇ ਪੱਖ ਦੇ ਵਿੱਚੋਂ, ਉਹਦਾ ਵੀ ਉਹਨਾਂ ਕੋਲੇ ਕੋਈ ਜਵਾਬ ਨਹੀਂ। 370 ਧਾਰਾ ਜਿਹੜਾ ਜੰਮੂ ਕਸ਼ਮੀਰ ਦੀ ਤੋੜੀ ਗਈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਦਿੱਲੀ ਨੂੰ ਵੱਧ ਅਧਿਕਾਰ ਦਿੱਤੇ ਜਾਣ, ਮੈਨੂੰ ਦਿੱਲੀ ਸੁਪਰੀਮ ਕੋਰਟ ਤੱਕ ਤੁਸੀਂ ਚਲੇ ਗਏ ਕਿ ਦਿੱਲੀ ਦੀ ਪੁਲਿਸ ਦਿੱਲੀ ਦੀ ਸਰਕਾਰ ਦੇ ਹਵਾਲੇ ਕੀਤੀ ਜਾਵੇ। ਦੂਜੇ ਪਾਸੇ ਤੁਸੀਂ ਇੱਕ ਧਾਰਾ 370 ਜੰਮੂ ਕਸ਼ਮੀਰ ਦੇ ਜਿਹੜੇ ਵੱਧ ਅਧਿਕਾਰ ਨੇ ਉਹ ਖੋਹੇ ਜਾ ਰਹੇ ਨੇ, ਉਹਦੇ ਪੱਖ 'ਚ BJP ਦੇ ਨਾਲ ਖੜ ਰਹੇ ਹੋ। ਅੱਜ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਮੀਡੀਆ ਨੂੰ ਕਿ ਕੇਜਰੀਵਾਲ ਸਾਹਿਬ
ਜੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਨਵੀਂ ਰਾਜਨੀਤੀ ਸ਼ੁਰੂ ਕਰਨਾ ਚਾਹੁੰਦੇ ਆ। ਕੋਈ ਨਵੀਂ ਰਾਜਨੀਤੀ ਨਹੀਂ, ਇਹ ਬੀਜੇਪੀ ਦੀ ਬੀ ਟੀਮ ਹੈ, ਆਰਐਸਐਸ ਦੀ ਬੀ ਟੀਮ ਹੈ। ਅਸੀਂ ਪਹਿਲਾਂ ਵੀ ਦੇਖਿਆ ਜੋ ਮਤਲਬ ਘੱਟ ਗਿਣਤੀਆਂ ਦੇ ਉੱਤੇ ਹਮਲਿਆਂ ਦੇ ਹੁੰਦੇ ਨੇ, ਉਹਦੇ ਪੱਖ ਦੇ ਵਿੱਚ ਇਹਨਾਂ ਨੇ ਮਤਲਬ ਬੀਜੇਪੀ ਦੀ ਲਾਈਨ ਨਾਲ ਖੜਨਾ ਹੁੰਦਾ। ਕਿਸਾਨੀ ਦੇ ਇਸ਼ੂ ਦੇ ਉੱਤੇ ਇਹਨਾਂ ਨੇ ਬੀਜੇਪੀ ਦੇ ਨਾਲ ਖੜਨਾ। ਕਾਰਪੋਰੇਟ ਘਰਾਣਿਆਂ ਦੇ ਨਿੱਜੀਕਰਨ ਦਾ ਜਿਹੜਾ ਪੱਖ ਹੈ ਉਹ ਬੜੀ ਤੇਜ਼ੀ ਦੇ ਨਾਲ ਇਹ ਵੀ ਦਿੱਲੀ ਦੇ ਵਿੱਚ ਲਾਗੂ ਕਰ ਰਹੇ ਨੇ। ਇਸ ਕਰਕੇ ਜਿਹੜੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੁਰੇ ਫਿਰਦੇ ਨੇ। ਅੱਜ ਮਾਨਸਾ ਦੇ ਵਿੱਚ ਕਿਸਾਨਾਂ ਨਾਲ ਗੱਲ ਕਰਨ ਲਈ ਪ੍ਰੋਗਰਾਮ ਆਪਦੇ ਵਰਕਰ ਬਿਠਾਏ ਹੋਏ ਨੇ, ਉਹਨਾਂ ਨੂੰ ਕਹਿ ਰਿਹਾ ਹੈ ਕਿ ਕਿਸਾਨਾਂ ਨਾਲ ਗੱਲ ਕਰ ਰਿਹਾ। ਦੂਜੇ ਪਾਸੇ ਕਿਸਾਨ ਸੜਕ ਦੇ ਉੱਤੇ ਬੈਠੇ ਆ। ਅਸੀਂ ਕਹਿ ਰਹੇ ਹਾਂ ਵੀ ਤੁਸੀਂ 7 ਸਾਲ ਮੁੱਖ ਮੰਤਰੀ ਰਹੇ ਹੋ ਦਿੱਲੀ ਦੇ, ਆ ਜਾਓ ਕਿਸਾਨਾਂ ਨਾਲ ਗੱਲ ਕਰੋ, ਤੇ ਉਦੋਂ ਉਹ ਗੱਲ ਕਰਨ ਤੋਂ ਭੱਜ ਚੁੱਕੇ ਨੇ। ਇਸ ਕਰਕੇ ਜਿਹੜਾ ਮਤਲਬ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਕੇਜਰੀਵਾਲ, ਇਹ ਅਸੀਂ ਨਹੀਂ ਚੱਲਣ ਦੇਵਾਂਗੇ। ਜਿਹੜੀ ਮਤਲਬ ਬੀਜੇਪੀ ਦੀ ਬੀ ਟੀਮ ਹੈ, ਇਹ ਜਿਹੜੀ ਆਮ ਆਦਮੀ ਪਾਰਟੀ ਹੈ, ਇਸ ਕਰਕੇ ਅਸੀਂ ਅੱਜ ਬੀਜੇਪੀ ਦੇ ਨਾਲ ਜਿਹੜੇ ਮਤਲਬ ਕੇਜਰੀਵਾਲ ਸਾਹਿਬ ਨੇ ਇਹਨਾਂ ਕੋਲੇ ਸਵਾਲ ਜਵਾਬ ਕਰਨ ਆਇਆ, ਇਹ ਸਵਾਲ ਜਵਾਬ ਤੋਂ ਭੱਜ ਚੁੱਕੇ ਨੇ। ਇਸ ਕਰਕੇ ਮਤਲਬ ਸੰਯੁਕਤ ਕਿਸਾਨ ਮੋਰਚਾ ਅੱਜ ਸੜਕ ਦੇ ਉੱਤੇ ਬੈਠਾ।